नेक्स्ट इन एप्लीकेशन है इलेक्ट्रिक फील्ड इंटेंसिटी ड्यू टू अ यूनिफॉर्मली चार्ज थिन शेल स्फेरिकल शेल, यानी कि हॉलो सफीयर है, खाली है अंदरों, ਉਹਦੇ ਤੇ ਸਾਰੇ ਕਿਤੇ ਇੱਕੋ ਜਿਹਾ ਚਾਰਜ ਹੈ ਸਾਰੀ ਸਰਫੇਸ ਦੇ ਉੱਤੇ। ਉਸ ਸਫੀਅਰ ਦਾ ਰੇਡੀਅਸ ਮੰਨ ਲਓ r ਹੈ, ਸੈਂਟਰ ਦਾ o ਹੈ, ਉਹਦੇ ਸੈਂਟਰ ਤੋਂ r ਸਮਾਲ r ਡਿਸਟੈਂਸ ਤੇ ਇੱਕ ਪੁਆਇੰਟ p ਹੈ ਉਹਦੇ ਬਾਹਰ, ਜਿੱਥੇ ਅਸੀਂ ਦੱਸਣਾ ਵੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਕਿੰਨੀ ਹੋਊਗੀ ਉਹ ਸਫੀਅਰ ਕਰਕੇ। ਤਾਂ ਹੁਣ ਸਫੀਅਰ ਦੇ ਆਲੇ ਦੁਆਲੇ ਅਸੀਂ ਗੌਸੀਅਨ ਸਰਫੇਸ ਕਿਹੋ ਜਿਹੀ ਮੰਨਾਂਗੇ, ਜਿਹੜੀ ਸਿਮੈਟ੍ਰਿਕ ਹੋਵੇ, ਜਿਹੜੀ ਜਿੱਥੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਸਾਰੇ ਕਿਤੇ ਇੱਕੋ ਜਿਹੀ ਹੋਵੇ, ਉਹ ਵੀ ਤਾਂ ਸਫੀਅਰ ਹੀ ਹੋਊਗੀ ਨਾ ਉਹਦੇ ਆਲੇ ਦੁਆਲੇ, ਜਿਹੜਾ ਕਿ ਉਹਦੇ ਆਲੇ ਦੁਆਲੇ ਸਾਰੇ ਪਾਸੋਂ ਇੱਕੋ ਜਿਹਾ ਹੋਊਗਾ, ਤਾਂ ਹੀ ਡਿਸਟੈਂਸ ਸੇਮ ਹੋਊਗਾ, ਤਾਂ ਹੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਸੇਮ ਹੋਊਗੀ। ਸੋ ਉਹਦੇ ਆਲੇ ਦੁਆਲੇ ਦੀ ਗੌਸੀਅਨ ਸਰਫੇਸ ਆਪਾਂ ਮੰਨਾਂਗੇ ਉਹ ਕੀ ਹੋਊਗੀ, ਸਫੈਰੀਕਲ ਹੋਊਗੀ। ਤਾਂ ਅਸੀਂ ਇੱਥੇ ਇੱਕ ਸਫੀਅਰ ਡਰਾ ਕਰਦੇ ਹਾਂ। तो स्फेरिकल सिमेट्री है, सो इस तरीके का एक ਅਸੀਂ ਗੌਸੀਅਨ ਸਰਫੇਸ ਲੈ ਲਈ ਇਹਦੇ ਆਲੇ ਦੁਆਲੇ, ਜਿਹੜੀ ਕਿ ਸਫੈਰਿਕਲ ਸਿਮੈਟਰੀ ਹੈ। ਉਹਦਾ ਉਹ ਕਿੱਥੋਂ ਲੱਗਦੀ ਹੁੰਦੀ ਹੈ, ਹਮੇਸ਼ਾ ਉਸ ਪੁਆਇੰਟ ਦੇ ਵਿੱਚੋਂ ਜਿੱਥੇ ਅਸੀਂ ਇਲੈਕਟ੍ਰਿਕ ਫੀਲਡ ਲੱਭਣਾ ਹੁੰਦਾ, ਤਾਂ P ਪੁਆਇੰਟ ਦੇ ਵਿੱਚੋਂ ਇਹ ਪਾਸ ਹੁੰਦੀ ਹੈ, ਇਹ ਸਾਡਾ ਪੁਆਇੰਟ ਹੈ P। ਤਾਂ ਹੁਣ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਹਮੇਸ਼ਾ ਸਰਫੇਸ ਦੇ ਪਰਪੈਂਡੀਕੂਲਰ ਹੋਊਗੀ, ਜਿਵੇਂ ਵਾਇਰ ਦੇ ਪਰਪੈਂਡੀਕੂਲਰ ਸੀਗੀ, ਸ਼ੀਟ ਸੀਗੀ, ਸ਼ੀਟ ਦੇ ਪਰਪੈਂਡੀਕੂਲਰ, ਹੁਣ ਸਫੀਅਰ ਦੇ ਪਰਪੈਂਡੀਕੂਲਰ। ਸਫੀਅਰ ਦੇ ਪਰਪੈਂਡੀਕੂਲਰ ਕੀ ਹੁੰਦੇ ਨੇ, ਉਹਦੇ ਰੇਡੀਅਸ। ਤਾਂ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਤੇ ਰੇਡੀਅਸ ਦੇ ਅਲੋਂਗ ਹੋਊਗੀ, ਇਲੈਕਟ੍ਰਿਕ ਫੀਲਡ ਇੰਟੈਂਸਿਟੀ ਸਾਡੀ ਇਧਰ ਹੋਊਗੀ ਇਸ ਡਾਇਰੈਕਸ਼ਨ ਦੇ ਵਿੱਚ। ਇਹਦੇ ਆਲੇ ਦੁਆਲੇ ਆਪਾਂ ਇਸ ਸਰਫੇਸ ਦਾ ਇੱਕ ਛੋਟਾ ਜਿਹਾ ਪੋਰਸ਼ਨ ਲੈ ਲਵਾਂਗੇ, ਜਿਹਦਾ ਏਰੀਆ ਵੈਕਟਰ, ਜਿਹਦਾ ਸਮਾਲ ਏਰੀਆ ds ਹੈ, ਉਹਨੂੰ ਏਰੀਆ ਵੈਕਟਰ ds ਵੈਕਟਰ ਨਾਲ ਰਿਪਰੈਜ਼ੈਂਟ ਕੀਤਾ ਸੀ। ਹੁਣ ਅਸੀਂ ਦੇਖਣਾ ਕਿ ਇਸ ਪੁਆਇੰਟ P ਤੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਕਿੰਨੀ ਹੈ। ਸੋ ਦੇਖਦੇ ਹਾਂ ਅਕੋਰਡਿੰਗ ਟੂ, ਅੱਛਾ ਹੁਣ ਇਹਦੇ ਵਿੱਚ ਸਰਫੇਸ ਚਾਰਜ ਡੈਂਸਿਟੀ, ਲੀਨੀਅਰ ਚਾਰਜ ਡੈਂਸਿਟੀ ਵਗੈਰਾ ਲੈਣ ਦੀ ਲੋੜ ਨਹੀਂ, ਕਿਉਂਕਿ ਸਾਰਾ ਹੀ ਚਾਰਜ ਅੰਦਰ ਹੈ ਉਸਦੇ। ਜੇ ਆਪਾਂ ਮੰਨ ਲਈਏ ਕਿ ਚਾਰਜ Q ਹੈ, ਤਾਂ ਸਰ ਦਾ ਸਾਰਾ ਚਾਰਜ ਹੀ ਸਰਫੇਸ ਦੇ ਅੰਦਰ ਹੈ। ਸੋ ਅਕੋਰਡਿੰਗ ਟੂ Gauss's theorem, ਜਿਹੜੀ ਇਲੈਕਟ੍ਰਿਕ ਫੀਲਡ ਹੈ, ਟੋਟਲ ਇਲੈਕਟ੍ਰਿਕ ਫਲਕਸ ਹੈ ਓਵਰ ਦਿਸ ਕਲੋਜ਼ਡ ਸਰਫੇਸ, ਉਹ ਕੀ ਹੋਊਗਾ, ਟੋਟਲ ਚਾਰਜ ਇਨਕਲੋਜ਼, ਇਹ ਸਰਕਲ ਦਾ ਮਤਲਬ ਹੈ ਕਲੋਜ਼ਡ ਸਰਫੇਸ ਹੈ। ਹੁਣ इलेक्ट्रिक फील्ड इंटेंसिटी से एरिया वेक्टर का एंगल 0 है, सो इलेक्ट्रिक फील्ड से बाहर ले लिया, इतने कला ds बचूगा क्योंकि cos से 0 1 होता है। ਹੁਣ ਇਹ ਕੀ ਹੈ, ਦਿਸ ਇਜ਼ ਦ ਸਮਾਲ ਪਾਰਟ ਆਫ ਦ ਸਫੈਰੀਕਲ ਸਰਫੇਸ। तो ਜਦੋਂ ਇਦਾਂ ਦੀਆਂ ਛੋਟੇ ਛੋਟੇ ਪਾਰਟਸ ਨੂੰ ਅਸੀਂ ਜੋੜਾਂਗੇ ਤਾਂ ਸਫੀਅਰ ਦੀ ਪੂਰੀ ਸਰਫੇਸ ਬਣ ਜਾਏਗੀ, ਯਾਨੀ ਕਿ ਪੂਰਾ ਸਰਫੇਸ ਏਰੀਆ। ਸਫੀਅਰ ਦਾ ਸਰਫੇਸ ਏਰੀਆ ਕੀ ਹੁੰਦਾ ਹੈ, 4πr²। ਤਾਂ ਜਿਹੜੀ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਹੈ ਉਹ ਸਾਡੇ ਕੋਲ ਕੀ ਆ, ਇਹ ਐਪਸੀਲਨ ਮੈਂ ਤੁਹਾਡਾ ਉੱਪਰ ਲਿਖ ਲਿਆ 4πr²। So this is the electric field intensity at a point outside a uniformly charged spherical shell, outside. So ये वो outside है। अगर ਅਸੀਂ at the surface of sphere ਗੱਲ ਕਰੀਏ, special cases ਦੇ ਵਿੱਚ ਅਸੀਂ ਦੇਖਦੇ ਹਾਂ, so at the surface of shell, यानी कि ਜਿਹੜਾ R है
ਜਿਹੜਾ r है ना स्मॉल r वो कैपिटल r ਦੇ इक्वल होगा ਆ पॉइंट ਜਿਹੜਾ ਉਹ ਸਰਫੇਸ ਦੇ ਉੱਪਰ ਹੀ ਪਿਆ ਹੁੰਦਾ ਹੈ ठीक। ਤਾਂ ਉਦੋਂ ਕੀ ਕਰਾਂਗੇ ਬਸ ਇੱਥੇ r ਦੀ ਜਗ੍ਹਾ ਤੇ कैपिटल r ਲਿਖ ਦਾਂਗੇ। ਸੋ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਕੀ ਹੋਊਗੀ this much। दूसरा केस इनसाइड द स्फीयर, इथे अपन लिखनी हुई आउटसाइड है, आउटसाइड द शेल। शेल में बाहर तो ये है, ऊपर ये है, अंदर देखते हैं R is less than कैपिटल R, मतलब ये P पॉइंट हम शेल के अंदर आ गया। तो अंदर जो ਅਸੀਂ ਦੇਖਾਂਗੇ P पॉइंट ਤਾਂ ਅਸੀਂ ਕੀ ਕਰਦੇ ਹਾਂ ਤਾਂ ਉਹ P पॉइंट ਇੱਥੇ ਅੰਦਰ ਹੈ ਇੱਥੇ ਇਹਦੇ ਵਿੱਚੋਂ ਵੀ ਆਪਾਂ ਨੂੰ ਕੀ ਕਰਨਾ ਪਊਗਾ ਗੌਸਿਅਨ ਸਰਫੇਸ ਲੈਣੀ ਪਊਗੀ। ਆ ਦੇਖੋ ਗੌਸਿਅਨ ਸਰਫੇਸ ਆਪਾਂ ਨੇ ਲੈ ਲਈ। ਦਿਸ ਇਜ਼ ਪੁਆਇੰਟ P ਬਟ ਅਸੀਂ ਕੀ ਕਹਿੰਦੇ ਆ ਗੌਸਿਅਨ ਸਰਫੇਸ ਲਾਅ ਦੇ ਅਕੋਰਡਿੰਗ ਇਲੈਕਟ੍ਰਿਕ ਫਲਕਸ ਇਜ਼ ਇਕੁਅਲ ਟੂ ਦ ਟੋਟਲ ਚਾਰਜ enclosed by the surface by epsilon naught। ਟੋਟਲ ਚਾਰਜ enclosed by the surface। ਹੁਣ ਜਿਹੜੀ ਅੰਦਰ ਲਈ ਹੈ ਗੌਸਿਅਨ ਸਰਫੇਸ ਇਹਦੇ ਵਿੱਚ ਤਾਂ ਕੋਈ ਚਾਰਜ ਹੈ ਨਹੀਂ, ਚਾਰਜ ਦਾ ਸਾਰਾ ਬਾਹਰ ਹੈ। so no charge inside the Gaussian surface, it means there will be no electric flux, no electric field। so ਇਹਦਾ ਮਤਲਬ ਉਸ ਸ਼ੈਲ ਦੇ ਅੰਦਰ कोई इलेक्ट्रिक फील्ड एग्जिस्ट नहीं करता क्योंकि चार्ज ही नहीं हैगा उस गॉसियन सरफेस के अंदर। सो Q 0 है इनसाइड, therefore जेड़ा इलेक्ट्रिक फील्ड है वो भी 0 है। सो उसके अंदर कोई भी इलेक्ट्रिक फील्ड एग्जिस्ट नहीं करता, सरफेस के उत्ते मैक्सिमम है। फिर जिवें ਅਸੀਂ दूर ਜਾਂਦੇ सरफेस ਤੋਂ ਫਿਰ ਉਹ डिक्रीज ਹੁੰਦਾ है। ਇਹਨੂੰ ਆਪਾਂ ਗ੍ਰਾਫ ਦੇ ਨਾਲ ਸਮਝਦੇ ਹਾਂ। ਜੇ ਇਹਨੂੰ ਗ੍ਰਾਫ ਨਾਲ ਰਿਪਰੈਜ਼ੈਂਟ ਕਰੀਏ ਤਾਂ ਇਸ ਤਰੀਕੇ ਨਾਲ ਆਪਾਂ ਇਹਨੂੰ ਸਮਝ ਸਕਦੇ ਹਾਂ। ਇੱਧਰ ਜੇ ਆਪਾਂ ਡਿਸਟੈਂਸ ਲੈ ਲਈਏ, ਇੱਧਰਲੇ ਪਾਸੇ ਆਪਾਂ ਜੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਲੈ ਲਈਏ ਤਾਂ ਜਦੋਂ R ਦੇ ਇਕੁਅਲ ਹੁੰਦਾ ਹੈ ਤਾਂ ਇਲੈਕਟ੍ਰਿਕ ਫੀਲਡ ਸਾਡਾ ਮੈਕਸਿਮਮ ਹੈ। ਇਸ ਤੋਂ ਥੱਲੇ ਇਲੈਕਟ੍ਰਿਕ ਫੀਲਡ ਦੀ ਕੋਈ ਵੈਲਿਊ ਨਹੀਂ, 0 ਹੈ। R ਤੋਂ ਲੈਸ ਡਿਸਟੈਂਸ ਤੇ कैपिटल R ਤੋਂ ਲੈਸ ਡਿਸਟੈਂਸ ਤੇ ਜਿਹੜਾ ਹੈ ਸਾਡਾ ਜਿਹੜਾ ਇਲੈਕਟ੍ਰਿਕ ਫੀਲਡ ਹੈ ਉਹ 0 ਹੈ। ਇੱਥੇ ਉਹਦੀ ਵੈਲਿਊ ਮੈਕਸਿਮਮ ਹੈ। ਕਿੰਨੀ ਹੈ ਵੈਲਿਊ ਇਹ? ਉਹ ਜਿਹੜੀ ਅਸੀਂ ਕੱਢੀ ਹੈ ਉੱਪਰ ਇੱਥੇ ਆ ਵਾਲੀ, ਦਿਸ ਇਜ਼ Q 4 by epsilon naught R square। ਇਹ ਵੈਲਿਊ ਉਸ ਤੋਂ ਬਾਅਦ ਇਹ ਡਿਕਰੀਜ਼ ਕਰਦਾ ਹੈ ਵਿਦ ਡਿਸਟੈਂਸ। ਸੋ ਦਿਸ E is inversely proportional to R square। ये है for distance greater than R। ये वाला पोर्शन जो है इथों बाद वाला ਜਦੋਂ पॉइंट बाहर है, ये ਜਦੋਂ पॉइंट सरफेस के ऊपर है, ਇੱਥੇ ਜਦੋਂ पॉइंट सरफेस के अंदर है। सो ये ਉਹਦੀ ग्राफिकल रिप्रेजेंटेशन। हाँ जी, नेक्स्ट है इलेक्ट्रिक फील्ड इंटेंसिटी ड्यू टू अ यूनिफॉर्मली चार्ज्ड सॉलिड स्फीयर। ਹੁਣ ਇਹ ਅੰਦਰੋਂ ਠੋਸ ਹੈ, ਸੋਲਿਡ, ਹੌਲੋ ਨਹੀਂ ਹੈਗਾ। ਇਹਦਾ ਮਤਲਬ ਇਹਦੇ ਅੰਦਰ ਵੀ ਚਾਰਜ ਹੋਊਗਾ। ਸਾਰਾ ਚਾਰਜ ਇਹਦੇ ਉੱਪਰ यूनिफॉर्मली डिस्ट्रीब्यूटेड है, मतलब सारे वॉल्यूम ਤੇ डिस्ट्रीब्यूटेड है। ਇਹਦੇ ਅੰਦਰ ਵੀ ਹੈ ਚਾਰਜ यूनिफॉर्मली। ਤਾਂ ਇਹ ਸਾਰਾ ਆਰਟੀਕਲ ਬਿਲਕੁਲ ਉਵੇਂ ਹੋਊਗਾ ਜਿਵੇਂ ਹੌਲੋ ਸਫੀਅਰ ਵਾਂਗੂ ਕੀਤਾ ਆਪਾਂ। ਸਭ ਕੁਝ ਉਹੀ ਹੈ, ਉਹੀ ਰੇਡੀਅਸ, ਉਹੀ यूनिफॉर्म चार्ज डेंसिटी ਤੇ ਇਹਦੇ ਆਪਾਂ ਅੰਦਰ ਵੀ ਜਾਣਦੇ ਹਾਂ ਕੁਝ ਚਾਰਜ डेंसिटी ਵੀ ਹੈ। तो यूनिफॉर्मली चार्ज सफीयर है ਤਾਂ ਇਹਦੇ ਉੱਤੇ ਉਦਾਂ ਹੀ ਗੌਸਿਅਨ ਸਰਫੇਸ ਲੈ ਲਈ। ਇਲੈਕਟ੍ਰਿਕ ਫੀਲਡ ਇੰਟੈਂਸਿਟੀ ਆਪਾਂ E ਲਈ P ਪੁਆਇੰਟ ਤੇ ਬਿਲਕੁਲ ਉਵੇਂ ਜਿਵੇਂ
थिन शैल का कीता सीगा, सारा कुछ उदा ही है, बिल्कुल उदा। आउटसाइड वाला ये सीगा, ऑन द स्फीयर वो भी वही है सेम, स्मॉल आर की जगह कैपिटल आर पुट किया है, बिल्कुल सेम। फर्क कितने होगा इनसाइड द स्फीयर जो असं गल करांगे, क्योंकि पहला अंदर चार्ज है नहीं सी, हुण हैगा इनसाइड द स्फीयर, यानी कि ਹੁਣ ਜਦੋਂ ਅਸੀਂ ਇਹਦੇ ਅੰਦਰ ਦੇਖਦੇ ਹਾਂ, ਜਦੋਂ ਸਾਡਾ ਪੁਆਇੰਟ P ਇਨਸਾਈਡ ਦਾ ਸਫੀਅਰ ਹੈ ਤਾਂ ਉਦੋਂ ਸਾਡਾ ਜਿਹੜਾ ਇਹ r ਡਿਸਟੈਂਸ ਹੈ ਇਟ ਵਿਲ ਬੀ ਲੈਸ ਦੈਨ ਦਿਸ ਕੈਪੀਟਲ R, ਕਿਉਂਕਿ ਅੰਦਰ ਆ ਗਈ ਰੇਡੀਅਸ ਤੋਂ। ਤਾਂ ਹੁਣ ਜਦੋਂ ਅਸੀਂ ਇੱਥੇ ਗੌਸੀਅਨ ਸਰਕਲ ਡਰਾ ਕਰਾਂਗੇ, ਪਿਛਲੇ ਕੇਸ 'ਚ ਤਾਂ ਅੰਦਰ ਕੋਈ ਚਾਰਜ ਨਹੀਂ ਸੀ, ਬਟ ਇਸ ਵਾਰ ਕਿਉਂਕਿ ਸਾਰੇ ਵੋਲਿਊਮ ਤੇ ਚਾਰਜ ਫੈਲਿਆ ਹੋਇਆ ਹੈ ਸੋਲਿਡ ਹੋਣ ਕਰਕੇ, ਸੋ ਹੁਣ अंदर वाली गॉसियन सरफेस दे विच भी कुछ ना कुछ चार्ज होगा। सपोज वो चार्ज सारा तो नहीं होगा क्योंकि कुछ वो बाहर ही रह गया, सपोज वो चार्ज Q डैश है, तो फिर जो इलेक्ट्रिक फील्ड आऊगा वो होगा Q डैश अपॉन 4 पाई एप्सिलॉन नॉट R स्क्वायर, बिल्कुल ये वर्गी। हुण असीं Q डैश कपड़ा है की है, say this is 1, so ਅਸੀਂ ਦੇਖਦੇ ਹਾਂ ਚਾਰਜ ਔਨ ਵੋਲਿਊਮ, ਸਾਰੇ ਵੋਲਿਊਮ ਤੇ ਪੂਰੇ ਤੇ ਚਾਰਜ ਕਿੰਨਾ ਹੈ Q, ਟੋਟਲ Q। यूनिट वॉल्यूम ਤੇ ਚਾਰਜ ਕਿੰਨਾ ਹੋਊਗਾ, ਅਸੀਂ ਇਹਨੂੰ ਡਿਵਾਈਡ ਕਰ ਦਾਂਗੇ ਵੋਲਿਊਮ ਦੇ ਨਾਲ, यूनिट वॉल्यूम ਤੇ ਚਾਰਜ ਉੱਤੇ ਆਊਗਾ, ਜਿਵੇਂ ਅਸੀਂ ਕਰਦੇ ਹਾਂ ਵੀ ਇਸ ਚੀਜ਼ ਤੇ ਇੰਨਾ ਹੈ, ਇੱਕ ਦੇ ਉੱਤੇ ਕਿੰਨਾ ਆਊਗਾ ਡਿਵਾਈਡ ਕਰ ਦਿੰਦੇ ਹਾਂ। ਫਿਰ ਅਸੀਂ ਦੇਖਣਾ ਹੈ ਕਿ ਜਿਹੜਾ ਅੰਦਰ ਵੋਲਿਊਮ ਹੈ 4/3 ਪਾਈ r ਸਮਾਲ q, ਜਿਹੜਾ ਹੈ ਸਮਾਲ r q, ਉਹਦੇ ਕਿੰਨਾ ਹੋਊਗਾ। को इसको मल्टीप्लाई करना, r टर्म्स कैंसिल हो जाएंगी। साडा जेड़ा Q डैश है ये सारा चार्ज भी जेड़ा अंदर है की है Q डैश, जेड़ा ਅਸੀਂ ਮੰਨਿਆ ਹੋਇਆ ਉਹ ਕੀ ਆ ਗਿਆ Q upon R into small r cube। सो ये साडा Q डैश है। ਹੁਣ बस ਇਹ Q डैश ਦੀ ਵੈਲਿਊ ਅਸੀਂ ਇੱਥੇ ਪੁੱਟ ਕਰ ਦਾਂਗੇ, ਸਾਡੇ ਕੋਲ ਇਲੈਕਟ੍ਰਿਕ ਫੀਲਡ ਆ ਜਾਊਗਾ। So from 1 Q डैश की जगह लिखांगे Q R क्यूब अपॉन R क्यूब, नीचे 4 पाई एप्सिलॉन नॉट R स्क्वायर। ये जो R स्क्वायर है ये इस दे नाल कटिया जाएगा, एक पावर बचेगी। सो ये साडे कोल आ गया Q R थले 4 पाई एप्सिलॉन नॉट R क्यूब, तो ये साडा आ गया इलेक्ट्रिक फील्ड इनसाइड। तो आउटसाइड की सीगा, जैसे देखिए आउटसाइड ए सी, उथे इनवर्सली प्रोपोर्शनल टू R स्क्वायर ਹੁੰਦਾ ਸੀ इलेक्ट्रिक फील्ड, इथे डायरेक्टली प्रोपोर्शनल टू R है डिस्टेंस। तो हम इसे ग्राफिकली समझते हैं।
in the distance इधर साडा इलेक्ट्रिक फील्ड ਤਾਂ ਜਦੋਂ ਇਹ ਹੈ ਸਾਡਾ ਪੁਆਇੰਟ when r is equal to r ਜਦੋਂ ਅਸੀਂ ਇਹਦੀ ਸਰਫੇਸ ਦੇ ਉੱਪਰ ਆ ਉਦੋਂ ਸਾਡਾ ਇਲੈਕਟ੍ਰਿਕ ਫੀਲਡ ਕੀ ਹੈ ਮੈਕਸਿਮਮ ਵੈਲਿਊ ਹੈ ਜਦੋਂ ਇਸ ਤੋਂ ਨੀਚੇ ਆ ਜਾਂਦੇ ਆ ਅਸੀਂ when r is less than r ਉਦੋਂ ਕੀ ਹੈ ਇਲੈਕਟ੍ਰਿਕ ਫੀਲਡ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦ ਡਿਸਟੈਂਸ ਆਏ ਇਸ ਤਰੀਕੇ ਨਾਲ ਸਟ੍ਰੇਟ ਲਾਈਨ ਹੈ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦ ਡਿਸਟੈਂਸ ਸੋ ਇਸ ਕੇਸ ਦੇ ਵਿੱਚ E is directly proportional to the distance E increase ਕਰੀਏ ਇੱਥੇ ਆ ਕੇ ਇਹਦੀ ਵੈਲਿਊ ਕੀ ਹੋਏਗੀ ਮੈਕਸਿਮਮ when small r is equal to capital R ਜਦੋਂ ਅਸੀਂ ਉਹ ਤੋਂ ਬਾਹਰ ਜਾਵਾਂਗੇ ਫਿਰ ਉਹ ਡਿਕਰੀਜ਼ ਕਰੇਗਾ ਇਨਵਰਸਲੀ ਪ੍ਰੋਪੋਰਸ਼ਨਲ ਟੂ r ਇੱਥੇ ਸਾਡਾ r ਜਿਹੜਾ ਉਹ ਜ਼ਿਆਦਾ ਹੈ ਉਸ ਦੇ ਰੇਡੀਅਸ ਸੋ ਇਹ ਹੈ ਉਹਦੀ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਇਹ ਜਿਹੜੀ ਮੈਕਸਿਮਮ ਵੈਲਿਊ ਅਸੀਂ ਦੇਖਦੇ ਹਾਂ this value ਇਹ ਕਿੰਨੀ ਹੈ ਆ ਸੀ so this is the electric field intensity due to a solid surface